ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਟੀਵੀ ਪ੍ਰਾਈਮ ਏਸ਼ੀਆ ਤੇ ਮੈਂ ਹਾਂ ਤੁਹਾਡਾ ਆਪਣਾ ਜਤਿੰਦਰ ਪੰਨੂ। ਅੱਜ 14 ਅਗਸਤ ਦੇ ਦਿਨ ਮੈਂ ਤੁਹਾਡੇ ਨਾਲ ਇਹ ਗੱਲਾਂ ਇਸ ਮੌਕੇ ਕਰਨ ਲੱਗਾ। ਤੁਹਾਡੇ ਵਿੱਚੋਂ ਕੁਝ ਲੋਕ ਇਹਨਾਂ ਗੱਲਾਂ ਨੂੰ ਅੱਜ ਸੁਣਨਗੇ, ਕੁਝ ਉਦੋਂ ਸੁਣਨਗੇ ਜਦੋਂ ਤੱਕ ਤੁਹਾਡੀ 15 ਅਗਸਤ ਚੜ੍ਹ ਚੁੱਕੀ ਹੋਵੇਗੀ। ਉਹ 15 ਅਗਸਤ ਜਦੋਂ ਭਾਰਤ ਦਾ ਆਜ਼ਾਦੀ ਦਿਨ ਮਨਾਇਆ ਜਾਂਦਾ। ਪਿਛਲੇ ਸਾਲ ਅਸੀਂ 75ਵਾਂ ਆਜ਼ਾਦੀ ਦਿਨ ਮਨਾਇਆ ਸੀ ਤੇ ਉਸ ਆਜ਼ਾਦੀ ਦਿਨ ਦੇ ਮੌਕੇ ਸਰਕਾਰ ਨੇ ਆਖਿਆ ਸੀ ਇਹ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਚੱਲਦਾ ਪਿਆ। ਉਹਦੇ ਤੋਂ ਵੀ 1 ਸਾਲ ਪਹਿਲਾਂ ਤੋਂ ਸ਼ੁਰੂ ਕਰਤਾ ਸੀ, ਹੁਣ 1 ਸਾਲ ਹੋਰ ਲੰਘਾਤਾ। ਅੰਮ੍ਰਿਤ ਮਹਾਉਤਸਵ ਚੱਲਦਾ ਪਿਆ। ਇਹਦੇ ਦੌਰਾਨ ਦੇਸ਼ ਵਿੱਚ ਬਹੁਤ ਕੁਝ ਵਾਪਰਦਾ ਪਿਆ, ਅੱਗੋਂ ਹੋਰ ਵਾਪਰਨ ਦਾ ਡਰ ਹੈ। ਮੈਂ ਡਰ ਲਫ਼ਜ਼ ਇਸ ਕਰਕੇ ਆਖਿਆ ਕਿ ਜੇ ਚੰਗਾ ਵਾਪਰੇ ਤਾਂ ਫਿਰ ਉਹਦੀ ਮੁੜ ਕੇ ਚਰਚਾ ਕਰਨ ਦੀ ਲੋੜ ਨਹੀਂ ਹੁੰਦੀ। ਬਹੁਤੀ ਚਰਚਾ ਉਹਦੀ ਹੁੰਦੀ ਹੈ ਜਦੋਂ ਮਾੜਾ ਵਾਪਰਦਾ। ਮੈਂ ਕਈ ਵਾਰ ਤੜਕੇ ਜਦੋਂ ਉੱਠਦਾ ਤੇ ਖਬਰਾਂ ਵੱਖ-ਵੱਖ ਅਖਬਾਰਾਂ ਨੂੰ ਤੇ ਚੈਨਲਾਂ ਨੂੰ ਵੇਖਣਾ ਸ਼ੁਰੂ ਕਰਦਾ, ਮੇਰੀ ਕੋਸ਼ਿਸ਼ ਹੁੰਦੀ ਹੈ ਕਿ 2 3 4 ਅਖਬਾਰਾਂ ਵੀ ਵੇਖ ਕੇ ਜੇ ਮੈਨੂੰ ਇੱਕ ਪੋਜ਼ੀਟਿਵ ਖਬਰ, ਕੋਈ ਚੰਗੀ ਖਬਰ ਲੱਭ ਜਾਵੇ ਤੇ ਉਹ ਪਹਿਲਾਂ ਮੈਂ ਪੜ੍ਹ ਲਵਾਂ, ਉਹਨੂੰ ਮੈਂ ਸਮਝ ਲਵਾਂ ਤਾਂ ਕਿ ਅੱਗੋਂ ਥੋੜ੍ਹਾ ਜਿਹਾ ਮੂਡ ਠੀਕ ਹੋ ਜੇ। ਪਰ ਬਹੁਤੇ ਦਿਨ ਇਹੋ ਜਿਹੇ ਹੁੰਦੇ ਆ ਜਦੋਂ ਇਹੋ ਜਿਹੀ ਕੋਈ ਖਬਰ ਨਹੀਂ ਲੱਭਦੀ ਜਿਹਨੂੰ ਚੰਗੀ ਖਬਰ ਕਿਹਾ ਜਾਵੇ। ਜਦੋਂ ਅਸੀਂ ਅਜੇ ਪੱਤਰਕਾਰੀ ਦੇ ਨੇੜੇ ਤੇੜੇ ਨਹੀਂ ਸਨ ਲੱਗੇ, ਉਦੋਂ ਕਦੇ ਸੁਣਦੇ ਹੁੰਦੇ ਸਾਂ ਨੋ ਨਿਊਜ਼ ਇਜ਼ ਗੁੱਡ ਨਿਊਜ਼। ਜਿਹੜੀ ਖਬਰ ਨਹੀਂ ਆਈ ਉਹ ਇਹਦਾ ਮਤਲਬ ਸਭ ਸੁੱਖ ਸਾਂਦੀ ਹੈ। ਤੇ ਬਾਅਦ ਵਿੱਚ ਹਾਸੇ ਨਾਲ ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਕਿ ਇਹਨੂੰ ਉਲਟੇ ਰੁਖ ਕਰ ਲਓ, ਗੁੱਡ ਨਿਊਜ਼ ਇਜ਼ ਨੋ ਨਿਊਜ਼। ਜੇ ਚੰਗੀ ਖਬਰ ਹੈ ਤਾਂ ਉਹ ਤੁਹਾਡੇ ਵਾਸਤੇ, ਸਾਡੇ ਵਾਸਤੇ, ਸਾਡੇ ਸਾਰਿਆਂ ਵਾਸਤੇ ਉਹ ਖਬਰ ਨਹੀਂ ਰਹਿ ਗਈ। ਜਿੰਨੀਆਂ ਅਖਬਾਰਾਂ ਨੇ, ਜਿੰਨੇ ਮੀਡੀਆ ਚੈਨਲ ਨੇ, ਸਭ ਤੋਂ ਪਹਿਲਾਂ ਇਹੋ ਜਿਹੀ ਖਬਰ ਲੱਭਣ ਦਾ ਯਤਨ ਕਰਦੇ ਆ ਜਿਹੜੀ ਖਬਰ ਅਗਲੇ ਨੂੰ ਇੱਕਦਮ ਮੱਥੇ 'ਚ ਵੱਜੇ ਤੇ ਉਹ ਇਹ ਵੇਖੇ ਹੈ ਆਹ ਕੁਝ ਵਾਪਰ ਗਿਆ। ਸਾਧੂ ਸਿੰਘ ਹਮਦਰਦ ਨੇ ਇੱਕ ਵਾਰੀ ਲਿਖਿਆ ਸੀ ਕਿ ਸ਼ਾਮ ਨੂੰ ਦਫ਼ਤਰ ਵਿੱਚ ਸਾਰੇ ਜਣੇ ਬੈਠੇ ਇਹ ਸੋਚਣ ਕਿ ਅੱਜ ਕੋਈ ਵੱਡੀ ਖਬਰ ਨਹੀਂ ਆਈ। ਅੱਜ ਅਸੀਂ ਪਹਿਲੇ ਸਫ਼ੇ ਦੇ ਉੱਤੇ ਮੁੱਖ ਖਬਰ ਕਿਹੜੀ ਛਾਪਾਂਗੇ ਜਿਹਨੂੰ ਸੁਰਖੀ ਕਿਹਾ ਜਾਂਦਾ। ਹੁਣ ਤਾਂ ਕਈ ਲੋਕੀ ਸੁਰਖੀਆਂ ਨੂੰ ਵੀ ਮੁੱਖ ਸੁਰਖੀਆਂ ਕਹਿਣ ਲੱਗ ਪਏ ਆ। ਵੈਸੇ ਸੁਰਖੀ ਦਾ ਮਤਲਬ ਵੀ ਮੁੱਖ ਖਬਰ ਜਾਂ ਹੈਡਲਾਈਨ ਹੁੰਦਾ। ਕਹਿੰਦੇ ਸ਼ਾਮ ਨੂੰ ਸਾਰੇ ਜਣੇ ਸੋਚਦੇ ਪਏ ਸੀ ਅੱਜ ਮੁੱਖ ਖਬਰ ਕੀ ਛਾਪੀ ਜਾਵੇ। ਅਚਾਨਕ ਖਬਰ ਆ ਗਈ ਕਿ ਫਲਾਣੇ ਥਾਂ ਤੇ ਬਹੁਤ ਵੱਡਾ ਰੇਲ ਹਾਦਸਾ ਹੋ ਗਿਆ, ਇੰਨੇ ਲੋਕ ਮਾਰੇ ਗਏ। ਕਹਿੰਦੇ ਇੱਕਦਮ ਸਾਡੇ ਕੁਝ ਬੰਦੇ ਖੁਸ਼ ਹੋ ਗਏ ਕਿ ਦੇਖੋ ਸਾਨੂੰ ਅੱਜ ਸੁਰਖੀ ਮਿਲ ਗਈ, ਮੁੱਖ ਖਬਰ ਮਿਲ ਗਈ। ਕਹਿੰਦੇ ਪਰ ਸਾਡੇ ਵਿੱਚ 2 3 ਜਾਣੇ ਸੀ, ਉਹਨਾਂ ਦੇ ਮੂੰਹੋਂ ਹੌਲੀ ਜਿਹੀ ਨਿਕਲਿਆ ਇਹੋ ਜਿਹੀ ਖਬਰ ਤਾਂ ਨਾ ਆਉਂਦੀ ਤੇ ਜ਼ਿਆਦਾ ਚੰਗਾ ਸੀ। ਕੀ ਅਸੀਂ ਖਬਰ ਦੀ ਖਾਤਰ ਇਹੋ ਜਿਹੀਆਂ ਖਬਰਾਂ ਦੀ ਉਡੀਕ ਵਿੱਚ ਰਹਿੰਦੇ ਹਾਂ? ਹੁਣ ਸਮੱਸਿਆ ਕੀ ਨਿਕਲਦੀ ਪਈ ਹੈ। ਮੈਨੂੰ ਇੱਕ ਵਾਰੀ ਆਰਮੀ ਦੇ ਸੈਮੀਨਾਰ ਵਿੱਚ, ਜਿੱਥੇ ਬਹੁਤ ਸਾਰੇ ਪੱਤਰਕਾਰ ਮੇਰੇ ਤੋਂ ਸੀਨੀਅਰ ਵੀ ਬੈਠੇ ਸਨ, ਮੇਰੇ ਤੋਂ ਜੂਨੀਅਰ ਵੀ ਸਨ, ਉੱਥੇ ਸੈਮੀਨਾਰ 'ਚ ਮੈਨੂੰ ਬੋਲਦੇ ਨੂੰ ਇੱਕ ਗੱਲ ਪੁੱਛੀ ਗਈ ਕਿ 5000 ਗੱਡੀਆਂ ਠੀਕ ਠਾਕ ਲੰਘ ਜਾਂਦੀਆਂ, ਉਹ ਕੋਈ ਖਬਰ ਨਹੀਂ। ਇੱਕ ਗੱਡੀ ਜਿਹਦਾ ਐਕਸੀਡੈਂਟ ਹੋ ਜਾਵੇ ਉਹ ਮੀਡੀਆ ਵਾਸਤੇ ਖਬਰ ਕਿਉਂ ਬਣ ਜਾਂਦੀ ਹੈ? ਮੈਂ ਉਹਨਾਂ ਨੂੰ ਹੌਲੀ ਜਿਹੀ ਆਖਿਆ, ਮੈਂ ਕਿਹਾ ਜੇ ਕੱਲ੍ਹ ਨੂੰ ਅਸੀਂ ਇਹ ਲਾ ਦਈਏ ਕਿ ਅੱਜ ਭਾਰਤ ਵਿੱਚ 5000 ਗੱਡੀਆਂ ਬਿਨਾਂ ਕੋਈ ਐਕਸੀਡੈਂਟ ਕੀਤੇ ਤੋਂ ਹੀ ਲੰਘ ਗਈਆਂ ਤੇ ਲੋਕੀ ਮਜ਼ਾਕ ਉਡਾਉਣਗੇ। ਪੱਤਰਕਾਰੀ ਇੱਥੇ ਪਹੁੰਚ ਗਈ ਆ ਕਿ ਸਾਨੂੰ ਪੱਤਰਕਾਰਾਂ ਨੂੰ ਵੀ ਇਹੋ ਜਿਹੀਆਂ ਖਬਰਾਂ ਦੀ ਵੱਧ ਉਡੀਕ ਰਹਿੰਦੀ ਆ। ਇਸੇ ਕਰਕੇ ਮੈਂ ਕਹਿੰਦਾ ਕਿ ਬੜਾ ਕੁਝ ਇਸ ਸਾਲ 'ਚ ਵਾਪਰ ਰਿਹਾ, ਬੜਾ ਕੁਝ ਅੱਗੋਂ ਵਾਪਰਨ ਦਾ ਡਰ ਆ। ਚੰਗੀਆਂ ਗੱਲਾਂ ਵੀ ਹੁੰਦੀਆਂ ਨੇ ਕਦੇ, ਪਰ ਜਦੋਂ ਚੰਗੀਆਂ ਗੱਲਾਂ ਹੁੰਦੀਆਂ ਉਹ ਅੱਖੋਂ ਪਰੋਖੀਆਂ ਹੋ ਜਾਂਦੀਆਂ ਜਾਂ ਅੱਖੋਂ ਪਰੋਖੀਆਂ ਜਾਣ ਬੁੱਝ ਕੇ ਵੀ ਕੀਤੀਆਂ ਜਾਂਦੀਆਂ ਨੇ, ਕਿਉਂਕਿ ਉਹ ਗੁੱਡ ਨਿਊਜ਼ ਹੁੰਦੀ ਹੈ ਤੇ ਗੁੱਡ ਨਿਊਜ਼ ਹੁਣ ਨੋ ਨਿਊਜ਼ ਗਿਣੀ ਜਾਣ ਲੱਗ ਪਈ ਹੈ। ਮੈਂ ਦੱਸਣਾ ਚਾਹੁੰਦਾ ਕਿ ਅਸੀਂ ਆਜ਼ਾਦੀ ਦਿਨ ਦੇ ਉੱਤੇ ਹਰ ਸਾਲ ਲੀਡਰਾਂ ਦੇ ਭਾਸ਼ਣ ਸੁਣਦੇ ਹਾਂ। ਇੱਕ ਵਾਰੀ ਭਗਵੰਤ ਮਾਨ ਨੇ ਕਿਹਾ ਸੀ ਲਾਲ ਕਿਲ੍ਹੇ ਤੋਂ 15 ਅਗਸਤ ਵਾਲੇ ਦਿਨ ਲੀਡਰਾਂ ਨੇ ਹੁਣ ਤੱਕ ਜਿੰਨੇ ਭਾਸ਼ਣ ਕੀਤੇ ਆ ਉਹ ਭਾਸ਼ਣ ਸੁਣਦਿਆਂ ਲਾਲ ਕਿਲ੍ਹੇ ਦੇ ਕਾਮਾਂ ਨੂੰ ਵੀ ਚੇਤੇ ਹੋ ਗਏ ਆ। ਜੇ ਕਹਿਤਾ ਜਾਵੇ, ਮੌਕਾ ਮਿਲ ਜਾਵੇ ਤਾਂ ਉਹ ਵੀ ਉਹ ਭਾਸ਼ਣ ਦੁਹਰਾ ਸਕਦੇ ਆ। ਕਿ ਹੁਣ ਉਹ ਭਾਸ਼ਣ ਦੁਹਰਾਏ ਜਾਣੇ ਬੰਦ ਹੋ ਜਾਣਗੇ? ਭਗਵੰਤ ਮਾਨ ਨੂੰ ਵੀ ਇਸ ਮਾਮਲੇ 'ਚ ਸੋਚਣਾ ਪਏਗਾ
कि किते ਉਹਦੇ ਭਾਸ਼ਣਾਂ 'ਚ ਇਹੋ ਜਿਹਾ ਦੁਹਰਾ ਤਾਂ ਨਹੀਂ ਆ ਰਿਹਾ ਕਿ ਲੋਕੀ ਸੋਚਣ ਲੱਗ ਪੈਣ ਕਿ ਇਹ ਭਾਸ਼ਣ ਤਾਂ ਦੁਹਰਾਏ ਜਾਂਦੇ ਨੇ। ਪ੍ਰਧਾਨ ਮੰਤਰੀ ਮੋਦੀ ਸਾਹਿਬ ਦਾ ਇੱਕ ਆਪਣਾ ਸਟਾਈਲ ਆ, ਉਹਨਾਂ ਨੇ ਨਹੀਂ ਬਦਲਣਾ। ਅਸੀਂ ਉਹਦੇ ਤੋਂ ਪਹਿਲਿਆਂ ਨੂੰ ਵੀ ਵੇਖਦੇ ਰਹੇ, ਬਹੁਤ ਆਸ ਰੱਖਦੇ ਹੁੰਦੇ ਸਾਂ ਕਿ ਬਹੁਤ ਕੁਝ ਬਦਲ ਜਾਵੇਗਾ। ਜੋ ਕੁਝ ਬਦਲਣਾ ਚਾਹੀਦਾ ਸੀ ਉਹ ਕੁਝ ਬਦਲਿਆ ਨਹੀਂ। ਲੋਕ ਹੌਲੀ ਹੌਲੀ ਇਸ ਤਰ੍ਹਾਂ ਦੇ ਹੋ ਗਏ ਕਿ ਉਹਨਾਂ ਦੇ ਅੰਦਰ ਹਰ ਚੀਜ਼ ਨੂੰ ਬਰਦਾਸ਼ਤ ਕਰਨ ਦੀ, ਹਰ ਚੀਜ਼ ਦੇ ਨਾਲ ਚੱਲਣ ਦੀ ਇੱਕ ਇਸ ਤਰ੍ਹਾਂ ਦੀ ਭਾਵਨਾ ਬਣਦੀ ਗਈ ਕਿ ਇਹ ਤਾਂ ਹੁਣ ਇੱਦਾਂ ਹੀ ਹੋਣਾ, ਇਹਦੇ ਵਿੱਚ ਤਬਦੀਲੀ ਦੀ ਕੋਈ ਆਸ ਹੈ ਨਹੀਂ। ਕੀ ਅਸੀਂ ਇਸ ਵਾਸਤੇ ਆਜ਼ਾਦੀ ਵਾਸਤੇ ਕੁਰਬਾਨੀਆਂ ਦਿੱਤੀਆਂ ਸੀ? ਜਦੋਂ ਮੈਂ ਅਸੀਂ ਕਹਿਣਾ ਤੇ ਅਸੀਂ ਦੇ ਵਿੱਚ ਸਾਡੀ ਪੀੜ੍ਹੀ ਨਹੀਂ, ਸਾਡੇ ਤੋਂ ਪਿਛਲੀ ਪੀੜ੍ਹੀ ਦੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਸੀ। ਮੈਂ ਤਾਂ ਉਹਨਾਂ ਲੋਕਾਂ ਵਿੱਚੋਂ ਹਾਂ ਜਿਹੜੇ ਆਜ਼ਾਦੀ ਤੋਂ ਬਾਅਦ ਪੈਦਾ ਹੋਏ ਸਾਂ। ਅਸੀਂ ਤਾਂ ਗੁਲਾਮੀ ਵੇਖੀ ਨਹੀਂ, ਪਰ ਜਿਨ੍ਹਾਂ ਨੇ ਗੁਲਾਮੀ ਵੇਖੀ ਆ ਉਹਨਾਂ ਵਿੱਚੋਂ ਕਈ ਅੱਜ ਕੱਲ੍ਹ ਇਹ ਕਹਿ ਦਿੰਦੇ ਆ ਅੱਜ ਵਾਲੇ ਰਾਜ ਨਾਲੋਂ ਤਾਂ ਅੰਗਰੇਜ਼ਾਂ ਦਾ ਰਾਜ ਚੰਗਾ ਸੀ, ਪਰ ਉਹਨਾਂ ਦੇ ਵਿੱਚੋਂ ਇਹ ਕੁਝ ਕਹਿੰਦੇ ਆ ਨਹੀਂ, ਉਹ ਰਾਜ ਅੱਜ ਵਾਲੇ ਨਾਲ ਨਹੀਂ ਤੋਲਿਆ ਜਾ ਸਕਦਾ। ਉਸ ਰਾਜ ਦੇ ਵਿੱਚ ਵੱਡਾ ਸਾਹਿਬ ਗੋਰਾ ਕੋਈ ਆਉਂਦਾ ਹੋਵੇ ਹੈਟ ਵਾਲਾ ਅਤੇ ਉਹਨੂੰ ਵੇਖ ਕੇ ਗੋਡਿਆਂ ਪਰਨੇ ਵੀ ਕਈਆਂ ਥਾਵਾਂ 'ਤੇ ਝੁਕਣਾ ਪੈਂਦਾ ਸੀ। ਇੱਥੇ ਅੰਮ੍ਰਿਤਸਰ, ਜਲੰਧਰ ਇਹੋ ਜਿਹੀਆਂ ਥਾਵਾਂ 'ਤੇ ਇੱਕ ਖਾਸ ਸੜਕ ਹੁੰਦੀ ਸੀ ਜਿੱਥੇ ਗੋਰੇ ਸਿਰਫ ਲੰਘਦੇ ਸੀ ਅਤੇ ਦੂਸਰਿਆਂ ਨੇ ਲੰਘਣਾ ਹੋਵੇ ਅਤੇ ਉਹਨਾਂ ਨੂੰ ਗੋਡਿਆਂ ਪਰਨੇ ਹੋ ਕੇ ਲੰਘਣਾ ਪੈਂਦਾ ਸੀ, ਜਾਨਵਰਾਂ ਵਾਂਗ ਤੁਰਨਾ ਪੈਂਦਾ ਸੀ। ਉਹ ਰਾਜ ਤਾਂ ਅਸੀਂ ਨਹੀਂ ਕਹਿ ਸਕਦੇ ਕਿ ਉਹ ਵਾਪਸ ਆ ਜਾਵੇ ਜਾਂ ਇਹਦੇ ਨਾਲੋਂ ਚੰਗਾ ਸੀ, ਪਰ ਇਹ ਕਹਿਣਾ ਪੈਂਦਾ ਕਿ ਜਿਹੜੇ ਰਾਜ ਦੀ ਆਸ ਰੱਖ ਕੇ ਲੋਕਾਂ ਨੇ ਕੁਰਬਾਨੀਆਂ ਕੀਤੀਆਂ ਸੀ ਉਹ ਰਾਜ ਨਹੀਂ ਪ੍ਰਾਪਤ ਹੋ ਸਕਿਆ। ਮੈਨੂੰ ਮੁੜ ਕੇ ਯਾਦ ਆਉਂਦਾ ਆਜ਼ਾਦੀ ਲਹਿਰ ਦੇ ਬਹੁਤ ਵੱਡੇ ਆਗੂ ਸਨ ਬਾਬਾ ਸੋਹਣ ਸਿੰਘ ਭਕਨਾ। ਇੱਕ ਮੌਕੇ ਪੰਡਿਤ ਜਵਾਹਰ ਲਾਲ ਨਹਿਰੂ ਲਾਹੌਰ ਗਏ, ਉੱਥੇ ਉਹਨਾਂ ਨੇ ਪੰਜਾਬੀਆਂ ਦੀ ਜਿਹੜੇ ਸੁਤੰਤਰਤਾ ਸੰਗਰਾਮੀ ਸੀ ਉਹਨਾਂ ਦੀ ਮੀਟਿੰਗ ਕਰਾਉਣੀ ਸ਼ੁਰੂ ਕੀਤੀ। ਇੱਕੋ ਕੁਰਸੀ ਸੀ ਜਿਹਦੇ ਉੱਤੇ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਬਿਠਾਇਆ ਗਿਆ। ਉਹ ਜਦੋਂ 5-7 ਮਿੰਟ ਬੋਲ ਹਟੇ ਤੇ ਅਚਾਨਕ ਉਹਨਾਂ ਦਾ ਧਿਆਨ ਪਿਆ ਕਿ ਲੋਕਾਂ ਦੇ ਵਿਚਾਲੇ ਵਾਹਵਾ ਪਿੱਛੇ ਉਸ ਮੀਟਿੰਗ ਦੇ ਵਿੱਚ ਬਾਬਾ ਸੋਹਣ ਸਿੰਘ ਭਕਨਾ ਬੈਠੇ ਆ। ਪੰਡਿਤ ਜਵਾਹਰ ਲਾਲ ਨਹਿਰੂ ਨੇ ਕੁਰਸੀ ਛੱਡੀ ਤੇ ਭੱਜ ਕੇ ਜਾ ਕੇ ਕਹਿੰਦਾ, ਬਾਬਾ ਜੀ ਤੁਸੀਂ ਇੱਥੇ ਬੈਠੇ, ਤੁਸੀਂ ਇੱਥੇ ਬੈਠੇ ਹੋ ਤੇ ਮੈਂ ਕੁਰਸੀ 'ਤੇ ਕਿੱਦਾਂ ਬੈਠ ਸਕਦਾ, ਤੁਸੀਂ ਆਓ ਕੁਰਸੀ 'ਤੇ ਬੈਠੋ। ਇੰਨਾ ਸਤਿਕਾਰ ਦਿੱਤਾ ਸੀ। ਪਰ ਆਜ਼ਾਦੀ ਤੋਂ ਬਾਅਦ ਉਹੀ ਪੰਡਿਤ ਜਵਾਹਰ ਲਾਲ ਨਹਿਰੂ ਜਦੋਂ 1956 ਦੇ ਵਿੱਚ ਕਾਂਗਰਸ ਪਾਰਟੀ ਦੀ ਕਾਨਫਰੰਸ ਵਾਸਤੇ, ਆਲ ਇੰਡੀਆ ਕਾਨਫਰੰਸ ਵਾਸਤੇ ਅੰਮ੍ਰਿਤਸਰ ਆਇਆ ਤੇ ਉਹਨੂੰ ਇੱਕ ਮੰਗ ਪੱਤਰ ਦੇਣ ਵਾਸਤੇ ਇੱਕ ਡੈਲੀਗੇਸ਼ਨ ਮਿਲਣ ਵਾਸਤੇ ਗਿਆ ਜਿਹਦੇ ਵਿੱਚ ਬਾਬਾ ਸੋਹਣ ਸਿੰਘ ਭਕਨਾ ਸਨ। ਬਾਬਾ ਸੋਹਣ ਸਿੰਘ ਭਕਨਾ ਦਾ ਲੱਕ ਕੁੱਬਾ ਹੋ ਚੁੱਕਾ ਸੀ, ਉਹ ਖੂੰਡੀ ਫੜ ਕੇ ਬਹੁਤ ਕੁੱਬੇ ਹੋ ਕੇ ਤੁਰਦੇ ਸਨ। ਪੰਡਿਤ ਜਵਾਹਰ ਲਾਲ ਨਹਿਰੂ ਨੇ ਆਖਿਆ, ਬਾਬਾ ਜੀ ਆਹ ਕੀ, ਇਹ ਸਰੀਰ ਤੁਹਾਡਾ ਇੰਨਾ ਕੁੱਬਾ ਕਿਉਂ ਹੋ ਗਿਆ? ਤੇ ਅੱਗੋਂ ਬਾਬਾ ਜੀ ਨੇ ਆਖਿਆ ਸੀ, ਜਿਹੜਾ ਕੰਮ ਅੰਗਰੇਜ਼ਾਂ ਦੀ ਸਰਕਾਰ ਤੋਂ ਨਹੀਂ ਹੋ ਸਕਿਆ ਉਹ ਤੇਰੀ ਸਰਕਾਰ ਨੇ ਕਰ ਦਿੱਤਾ। ਤੇਰੇ ਰਾਜ ਵਿੱਚ ਆਉਣ ਤੋਂ ਬਾਅਦ ਜੋ ਕੁਝ ਮੈਂ ਚੱਲਿਆ ਉਹ ਕੁਝ ਭਾਰਤ ਦੇ ਲੋਕ ਚੱਲਦੇ ਪਏ ਆ। ਇਸ ਕਰਕੇ ਜਿੱਦਾਂ ਮੇਰਾ ਲੱਕ ਕੁੱਬਾ ਹੋ ਗਿਆ, ਬਹੁਤ ਸਾਰੇ ਲੋਕਾਂ ਦੇ ਲੱਕ ਇਸੇ ਤਰ੍ਹਾਂ ਕੁੱਬੇ ਕੀਤੇ ਪਏ ਆ, ਤੇਰੀ ਸਰਕਾਰ ਨੇ ਕੀਤੇ ਆ। ਪੰਡਿਤ ਜਵਾਹਰ ਲਾਲ ਨਹਿਰੂ ਨੇ ਪਤਾ ਨਹੀਂ ਕੀ ਸੋਚਿਆ ਹੋਵੇ, ਕੀ ਨਾ ਸੋਚਿਆ ਹੋਵੇ। ਉੱਦਾਂ ਵੀ ਜਿਹੜੇ ਸ਼ਾਹੀ ਤਖਤ 'ਤੇ ਬੈਠ ਜਾਣ ਉਹ ਫਿਰ ਇਹੋ ਜਿਹੀਆਂ ਗੱਲਾਂ ਨੂੰ ਨਗੂਣੀਆਂ ਗੱਲਾਂ ਸਮਝਦੇ ਆ। ਇਹਨਾਂ ਗੱਲਾਂ ਬਾਰੇ ਬਹੁਤਾ ਸੋਚਦੇ ਸੱਚਦੇ ਨਹੀਂ ਹੁੰਦੇ। ਜੇ ਸੋਚਣ ਲੱਗ ਪੈਣ ਤੇ ਉੱਥੇ ਫਿਰ ਰਾਤਾਂ ਨੂੰ ਸੌਂ ਨਹੀਂ ਸਕਦੇ। ਉਹਨਾਂ ਨੇ ਅਗਲੇ ਦਿਨ ਫਿਰ ਤਖਤ ਉੱਤੇ ਬੈਠਣਾ ਹੁੰਦਾ। ਜੇ ਉਹ ਲਾਸ਼ਾਂ ਦੀ ਗਿਣਤੀ ਕਰਨ ਜਾਂ ਲੋਕਾਂ ਦੇ ਸਰੀਰ ਤੇ ਪਈਆਂ ਲਾਸ਼ਾਂ ਦੀ ਗਿਣਤੀ ਕਰਨ, ਇਹਨਾਂ ਦੋਵਾਂ ਲਾਸ਼ਾਂ ਤੇ ਲਾਸ਼ਾਂ ਦੀ ਗਿਣਤੀ ਕਰਨ ਦੇ ਚੱਕਰ ਵਿੱਚ ਪੈ ਜਾਣ, ਫਿਰ ਉਹ ਰਾਜ ਨਹੀਂ ਕਰ ਸਕਦੇ। ਉਹ ਤਾਂ ਲੋਕਾਂ ਨੂੰ ਸਿਰਫ ਚੰਗਾ ਵਿਖਾਉਣਾ ਜਾਣਦੇ ਆ। ਅਸੀਂ ਉਹਦੇ ਤੋਂ ਬਾਅਦ ਇਹ ਸੁਣਦੇ ਰਹੇ, ਦੇਸ਼ ਆਜ਼ਾਦ ਹੋ ਗਿਆ, ਹੁਣ ਅਸੀਂ ਕਿਸੇ ਦੇ ਗੁਲਾਮ ਨਹੀਂ। ਸਾਡਾ ਆਪਣਾ ਸੰਵਿਧਾਨ ਹੈ ਜਿਹੜਾ ਲੋਕਾਂ ਨੇ ਬਣਾਇਆ, ਲੋਕਾਂ ਲਈ ਬਣਾਇਆ, ਲੋਕਾਂ ਨੇ ਬਣਾਇਆ, ਲੋਕਾਂ ਲਈ ਬਣਾਇਆ ਤੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਲਾਗੂ ਕੀਤਾ ਜਾਂਦਾ। ਇਹ ਗੱਲਾਂ ਸੁਣਦਿਆਂ ਸਾਡੇ ਕੰਨ ਪੱਕ ਗਏ। ਸੰਵਿਧਾਨ ਡਾਕਟਰ BR ਅੰਬੇਡਕਰ ਦੀ ਅਗਵਾਈ 'ਚ ਬਣੀ ਕਮੇਟੀ ਨੇ ਬਣਾ ਦਿੱਤਾ ਸੀ, ਪਰ ਉਹ ਸੰਵਿਧਾਨ ਅੱਜ ਤੱਕ ਵੀ ਮੁਕੰਮਲ ਨਹੀਂ ਸਮਝਿਆ ਜਾ ਰਿਹਾ। ਜੇ ਉਸ ਸੰਵਿਧਾਨ ਨੂੰ ਇੰਨਾ ਪਵਿੱਤਰ ਸਮਝਿਆ ਜਾ ਰਿਹਾ, ਜੇ ਉਸ ਸੰਵਿਧਾਨ ਨੂੰ ਮੁਕੰਮਲ ਸਮਝਿਆ ਜਾਂਦਾ, ਇਹਦੇ 'ਚ ਮੁੜ ਕੇ ਸੋਧਾਂ ਕਿਉਂ ਕਰਨੀਆਂ ਪੈਂਦੀਆਂ? ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਭਾਰਤ ਦੇ ਸੰਵਿਧਾਨ ਵਿੱਚ ਅੱਜ ਤੱਕ 105 ਵਾਰ ਸੋਧਾਂ ਕੀਤੀਆਂ ਜਾ ਚੁੱਕੀਆਂ ਨੇ। ਇੰਨੀ ਵਾਰ ਸੋਧਿਆ ਗਿਆ, ਅਜੇ ਵੀ ਕੁਝ ਹੋਰ ਸੋਧਾਂ ਜਿਹੜੀਆਂ ਉਹ ਕੀਤੇ ਜਾਣ ਦੀ ਤਿਆਰੀ ਕੀਤੀ ਜਾ ਰਹੀ ਹੈ। ਉਂਝ ਕਹਿੰਦੇ ਸਾਡਾ ਸੰਵਿਧਾਨ ਬਹੁਤ ਵਧੀਆ, ਦੁਨੀਆ ਭਰ ਦੇ ਸੰਵਿਧਾਨਾਂ ਨਾਲੋਂ ਸਾਡਾ ਸੰਵਿਧਾਨ ਵਧੀਆ। ਅਸੀਂ ਤਾਂ ਬਹੁਤ ਕਮਾਲ ਕਰ ਦਿੱਤੀ, ਅਸੀਂ ਇਹਦੇ ਨਾਲ ਚਲਾਈ ਜਾਂਦੇ ਹਾਂ। ਇਹ ਜੇ ਇੰਨਾ ਜ਼ਿਆਦਾ ਵਧੀਆ ਸੀ ਤੇ ਮੁੜ ਕੇ ਬਦਲਣ ਦੀ ਆਸ ਨਹੀਂ ਸੀ। ਜੇ ਬਦਲਣ ਦੀ ਆਸ ਹੈ, ਬਦਲਣ ਦੀ ਲੋੜ ਪਈ ਹੈ, ਮੁੜ ਬਦਲਿਆ ਗਿਆ। ਇਹਦੇ ਦੋ ਹੀ ਕਾਰਨ ਹੈ।
ਜਾਂ ਤਾਂ ਇਹ है कि उस वक्त के हालात मुताबिक चंगा बनया सी, बाद विच हालात बदल गए तो ठीक नहीं, ਜਾਂ ਇਹ है कि ਜਿਹੜੇ ਬਾਅਦ ਵਿੱਚ ਆਏ ਉਹਨਾਂ ਦੀਆਂ ਨੀਤਾਂ ਦਾ ਫਰਕ ਸੀ, ਨੀਤ ਦਾ ਖੋਟ ਸੀ। ਉਹਨਾਂ ਨੂੰ ਇਹ ਲੱਗਾ ਕਿ ਜਿਹੜਾ ਸੰਵਿਧਾਨ ਉਦੋਂ ਬਾਬਾ ਸਾਹਿਬ ਡਾਕਟਰ BR ਅੰਬੇਡਕਰ ਤੇ ਉਹਨਾਂ ਦੇ ਸਾਥੀਆਂ ਨੇ ਬਣਾਇਆ, ਜੇ ਅਸੀਂ ਉਹਦੇ ਉੱਤੇ ਇਨ-ਬਿਨ ਚੱਲਣ ਦਾ ਯਤਨ ਕੀਤਾ, ਜੇ ਅਸੀਂ ਕੁਝ ਕਦਮ ਉਹਦੇ ਮੁਤਾਬਕ ਪੁੱਟੇ ਤੇ ਉਹ ਕਦਮ ਲੋਕਾਂ ਵਾਸਤੇ ਸ਼ਾਇਦ ਫਾਇਦੇਮੰਦ ਹੋਣ, ਪਰ ਸਾਡੀਆਂ ਲੋੜਾਂ ਪੂਰੀਆਂ ਨਹੀਂ ਕਰਦੇ। ਇਹੋ ਕਾਰਨ ਸੀ ਕਿ ਇੰਦਰਾ ਗਾਂਧੀ ਦੇ ਵਕਤ ਇਹੋ ਜਿਹੀ ਕੁਝ ਸੋਧ ਵੀ ਕਰ ਦਿੱਤੀ ਗਈ, ਜਿਹੜੀ ਸੋਧ ਪੂਰੀ ਤਰ੍ਹਾਂ ਲੋਕਤੰਤਰ ਦਾ ਜਲੂਸ ਕੱਢਣ ਵਾਲੀ ਸੀ। ਉਹ ਬਾਅਦ ਵਿੱਚ ਅਗਲੀ ਸਰਕਾਰ ਮੁਰਾਰਜੀ ਦੇਸਾਈ ਵਾਲੀ ਨੇ ਆ ਕੇ ਤੇ ਵਾਪਸ ਵੀ ਲੈ ਲਈ। ਉਹਦੇ ਤੋਂ ਬਾਅਦ ਵੀ ਕੇਸ ਚੱਲਦਾ ਰਿਹਾ, ਫਿਰ ਅਦਾਲਤ ਨੇ ਵੀ ਆਖਿਆ ਕਿ ਉਹ ਸੋਧ ਗਲਤ ਸੀ। ਇਸ ਤਰ੍ਹਾਂ ਦੇ ਮੌਕੇ ਵੀ ਆਏ ਨੇ, ਅਜੇ ਤੱਕ ਵੀ ਆਈ ਜਾਂਦੇ ਨੇ। ਅੱਜ ਵੀ ਸੁਪਰੀਮ ਕੋਰਟ ਕੋਈ ਫੈਸਲਾ ਦੇਵੇ, ਸਰਕਾਰ ਨੂੰ ਜੇ ਪ੍ਰਵਾਨ ਨਹੀਂ ਤੇ ਸਰਕਾਰ ਇਹ ਨਹੀਂ ਕਹਿੰਦੀ ਕਿ ਸੁਪਰੀਮ ਕੋਰਟ ਸੁਪਰੀਮ ਹੈ, ਉਹਦਾ ਫੈਸਲਾ ਮੰਨਣਾ ਚਾਹੀਦਾ। ਸਰਕਾਰ ਇਹ ਕਹਿੰਦੀ ਹੈ ਕਿ ਨਹੀਂ, ਅਸਲ 'ਚ ਸੰਵਿਧਾਨ ਲੋੜ ਪੂਰੀ ਨਹੀਂ ਕਰਦਾ, ਇੱਕ ਅਮੈਂਡਮੈਂਟ ਹੋਰ ਕਰ ਦਿਓ। ਅਸੀਂ ਇਹ ਨਹੀਂ ਕਿ ਹਾਲਾਤ ਦੇ ਮੁਤਾਬਕ ਨੀਤੀਆਂ ਘੜੀਏ, ਸੰਵਿਧਾਨ ਦੇ ਮੁਤਾਬਕ ਨੀਤੀਆਂ ਘੜੀਏ। ਹੁੰਦਾ ਇਹ ਆ ਕਿ ਨੀਤੀਆਂ ਸਾਡੀਆਂ ਪਹਿਲਾਂ ਬਣ ਜਾਂਦੀਆਂ, ਉਹ ਲੀਡਰ ਬੰਦ ਕਮਰਿਆਂ 'ਚ ਬਣਾਉਂਦੇ ਨੇ, ਉਹਨਾਂ ਦੇ ਕੋਈ ਆਪਣੇ ਥਿੰਕ ਟੈਂਕ ਹੁੰਦੇ ਨੇ, ਆਪਣੇ ਵਿਚਾਰਧਾਰਕ ਪਿਛਲੇ ਪਾਸੇ ਕਰਿੰਦੇ ਰੱਖੇ ਹੁੰਦੇ ਨੇ, ਉਹ ਨੀਤੀਆਂ ਘੜਦੇ ਨੇ। ਜਾਂ ਇਹਨਾਂ ਦੇ ਪਿੱਛੇ ਜਿਹੜੇ ਚੋਣ ਵਾਸਤੇ, ਇਲੈਕਸ਼ਨਾਂ ਲੜਨ ਵਾਸਤੇ ਫੰਡ ਦਿੰਦੇ ਨੇ, ਉਹ ਥੈਲੀਆਂ ਵਾਲੇ ਪਿੱਛੇ ਬੈਠੇ ਹੁੰਦੇ ਨੇ, ਨੀਤੀਆਂ ਉਹ ਬਣਾਉਂਦੇ ਨੇ। ਜਦੋਂ ਨੀਤੀਆਂ ਬਣ ਜਾਂਦੀਆਂ ਨੇ, ਉਹਨਾਂ ਦੇ ਮੁਤਾਬਕ, ਹਾਲਾਤ ਦੇ ਮੁਤਾਬਕ ਨੀਤੀਆਂ ਨਹੀਂ, ਨੀਤੀਆਂ ਦੇ ਮੁਤਾਬਕ ਹਾਲਾਤ ਨੂੰ ਮੋੜਾ ਦੇਣ ਦਾ ਯਤਨ ਕੀਤਾ ਜਾਂਦਾ। ਸੰਵਿਧਾਨ ਦੇ ਮੁਤਾਬਕ ਨੀਤੀਆਂ ਨਹੀਂ, ਲੋੜ ਪਵੇ ਤੇ ਆਪਣੀਆਂ ਬਣਾਈਆਂ ਹੋਈਆਂ ਜਾਂ ਸਿਰ ਤੇ ਮੜੀਆਂ ਹੋਈਆਂ ਨੀਤੀਆਂ ਜਿਹੜੀਆਂ ਨੇ, ਉਹਨਾਂ ਦੇ ਮੁਤਾਬਕ ਸੰਵਿਧਾਨ ਦੇ ਉੱਤੇ ਕੈਂਚੀ ਫੇਰੀ ਜਾਂਦੀ ਹੈ, ਉਹਦੀ ਕਾਂਟ ਛਾਂਟ ਕੀਤੀ ਜਾਂਦੀ ਹੈ। ਅਸੀਂ ਹਰ ਵਾਰੀ ਇੱਕ ਆਸ ਰੱਖਦੇ ਹਾਂ। ਕਿੱਦਾਂ ਦੀ ਆਸ ਰੱਖਦੇ ਹਾਂ ਕਿ ਚਲੋ ਭਲੇ ਦਿਨ ਆਉਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਕਿਹਾ ਸੀ ਅੱਛੇ ਦਿਨ ਆने ਵਾਲੇ हैं, ਅਜੇ ਤੱਕ ਤੇ ਆਏ ਨਹੀਂ। ਜਿਹੜੇ ਇਸ ਝਾਕ ਵਿੱਚ ਉਦੋਂ ਵੋਟਾਂ ਪਾ ਬੈਠੇ ਸੀ, ਉਹਨਾਂ 'ਚੋਂ ਪਤਾ ਨਹੀਂ ਕਿੰਨੇ ਕਰੋੜ ਲੋਕ ਤੁਰ ਗਏ ਹੋਣਗੇ, ਉਹਨਾਂ ਦੀ ਥਾਂ ਤੇ ਕਿੰਨੇ ਕਰੋੜ ਨਵੇਂ ਲੋਕ ਪੈਦਾ ਹੋ ਗਏ ਹੋਣਗੇ, ਕਿੰਨੇ ਕਰੋੜ ਬੱਚੇ ਇਸ ਸਮੇਂ ਦੇ ਦੌਰਾਨ ਵੋਟਾਂ ਪਾਉਣ ਜੋਗੇ ਹੋ ਗਏ ਹੋਣਗੇ। ਪਰ ਅਜੇ ਤੱਕ ਅੱਛੇ ਦਿਨ ਆने ਵਾਲੇ ਹੀ ਹੈ, ਆਏ ਤਾਂ ਹੈ ਨਹੀਂ। ਇੱਕ ਵਾਰੀ ਭ੍ਰਿਸ਼ਟਾਚਾਰ ਦੇ ਖਿਲਾਫ ਇੱਥੇ ਬਹੁਤ ਵੱਡੀ ਲਹਿਰ ਚੱਲੀ ਸੀ। ਉਸ ਲਹਿਰ ਦਾ ਆਗੂ ਅੰਨਾ ਹਜ਼ਾਰੇ ਸੀ। ਉਹਨੂੰ ਇਹ ਸਵਾਲ ਪੁੱਛਿਆ ਗਿਆ ਸੀ ਕਿ ਤੁਸੀਂ ਸਰਕਾਰ ਬਦਲਣੀ ਚਾਹੁੰਦੇ ਹੋ, ਤੁਹਾਨੂੰ ਮੌਕੇ ਦੀ ਸਰਕਾਰ ਪਸੰਦ ਨਹੀਂ। ਉਹਨੇ ਆਖਿਆ ਸੀ ਸਰਕਾਰ ਬਦਲਣ ਦਾ ਕੋਈ ਫਾਇਦਾ ਨਹੀਂ, ਅਸੀਂ ਜੇ ਸਰਕਾਰ ਬਦਲ ਦੇਵਾਂਗੇ, ਜਿਹੜਾ ਅੱਜ ਕਰਪਸ਼ਨ ਦੀ BA ਪਾਸ ਹੈ, ਕਰਪਸ਼ਨ ਦੀ MA ਪਾਸ ਹੈ, ਉਹਨੂੰ ਅਸੀਂ ਬਦਲ ਕੇ ਪਾਸੇ ਕਰ ਦਿਆਂਗੇ। ਇਹਦੇ ਤੋਂ ਬਾਅਦ ਜਿਹੜਾ ਆਉਣਾ ਉਹ ਕਰਪਸ਼ਨ ਦੀ PhD ਕਰਕੇ ਆਊਗਾ, ਉਹਦੇ ਕੋਲ ਇਹਦਾ ਤਜਰਬਾ ਵੀ ਹੋਊ ਕਿ ਇਹਨੇ ਕਰਪਸ਼ਨ ਕੀਤੀ ਸੀ, ਪਰ ਕਿਹੜੀਆਂ ਗੱਲਾਂ ਦਾ ਕਰਕੇ ਮਾਰ ਖਾ ਗਿਆ, ਇਹ ਕਿੱਥੋਂ ਜਾ ਕੇ ਫਸ ਗਿਆ। ਉਹ ਇਹਦੇ ਕੌੜੇ ਤਜਰਬੇ ਤੋਂ ਸਿੱਖ ਕੇ ਆਊਗਾ, ਉਹ ਸਾਡੇ ਪੈਰ ਨਹੀਂ ਲੱਗਣ ਦਊਗਾ, ਇਹਦੋਂ ਵੀ ਵੱਧ ਹੋ ਜਾਏਗਾ। ਬਲਕਿ ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਸਿਸਟਮ ਬਦਲ ਦਿੱਤਾ ਜਾਵੇ, ਇੱਥੇ ਇਹੋ ਜਿਹਾ ਸਿਸਟਮ ਲਿਆਂਦਾ ਜਾਵੇ ਜਿਹੜਾ ਸਿਸਟਮ ਇਸ ਦੇਸ਼ ਨੂੰ, ਇਸ ਦੇਸ਼ ਦੇ ਸਮਾਜ ਨੂੰ, ਇਸ ਦੇਸ਼ ਦੇ ਲੋਕਾਂ ਨੂੰ, ਲੋਕਾਂ ਦੀ ਤਕਦੀਰ ਨੂੰ, ਲੋਕਾਂ ਦੇ ਭਵਿੱਖ ਨੂੰ ਬਦਲਣ ਵਾਸਤੇ ਫਾਇਦੇਮੰਦ ਸਾਬਤ ਹੋ ਸਕਦਾ ਹੋਵੇ। ਇਹ ਗੱਲ ਅੰਨਾ ਹਜ਼ਾਰੇ ਨੇ ਕਹੀ ਸੀ। ਅੰਨਾ ਹਜ਼ਾਰੇ ਬਜ਼ੁਰਗ ਆਪਣੇ ਹਿੱਸੇ ਦਾ ਕੰਮ ਕਰਕੇ ਅੱਜ ਮਹਾਰਾਸ਼ਟਰ ਦੇ ਆਪਣੇ ਪਿੰਡ ਰਾਲੇਗਣ ਸਿੱਧੀ 'ਚ ਜਾ ਬੈਠਾ। ਮੈਂ ਉਹਦੇ ਪਿੰਡ 'ਚ ਜਾ ਕੇ ਵੇਖ ਕੇ ਆਇਆ ਸਾਂ। ਉਹਨੂੰ ਕਰੋੜਾਂ ਰੁਪਏ ਦੇ ਇਨਾਮ ਦੁਨੀਆ ਭਰ 'ਚੋਂ ਮਿਲੇ ਆ। ਉਹਨੇ ਇੱਕ ਦੀਵਾਨੀ ਵੀ ਆਪਣੇ ਪਰਿਵਾਰ ਨੂੰ ਨਹੀਂ ਦਿੱਤੀ, ਆਪਣੇ ਘਰ ਵੀ ਨਹੀਂ ਜਾਂਦਾ। ਉਹਦਾ ਘਰ ਉੱਥੋਂ, ਉਹਦੇ ਆਸ਼ਰਮ ਤੋਂ ਜਿੱਥੇ ਉਹ ਰਹਿੰਦਾ, ਉਹ ਤੋਂ 500 ਗਜ ਦੂਰ ਆ। ਉਹ ਆਪਣੇ ਭਰਾ ਦਾ ਨਾਂ ਜਾਣਦਾ, ਭਰਜਾਈ ਦਾ ਨਾਂ ਜਾਣਦਾ ਤੇ ਬੱਚਿਆਂ ਦੇ ਨਾਂ ਵੀ ਨਹੀਂ ਜਾਣਦਾ, ਕਿਉਂਕਿ ਘਰ ਨਹੀਂ ਜਾਂਦਾ। ਉਸ ਬੰਦੇ ਨੇ ਆਪਣੀ ਜ਼ਿੰਦਗੀ ਇਸ ਪਾਸੇ ਲਾਤੀ, ਆਪਣਾ ਰੋਲ ਨਿਭਾ ਕੇ ਵਿਹਲਾ ਹੋ ਗਿਆ। ਅਗਲਾ ਕੰਮ ਹੈ ਸਾਡੇ ਲੋਕਾਂ ਦਾ। ਸਾਡੇ ਲੋਕ ਕੀ ਕਰਦੇ ਆ? ਮੈਂ ਇੱਥੇ ਪੰਜਾਬ ਦੇ ਵਿੱਚ ਕਾਂਗਰਸੀ ਤੇ ਅਕਾਲੀ ਭਾਜਪਾ ਸਰਕਾਰਾਂ ਬਦਲਦੀਆਂ ਵੇਖੀਆਂ। ਜਦੋਂ ਕਾਂਗਰਸੀ ਰਾਜ ਸੀ, ਲੋਕਾਂ ਨੇ ਆਖਿਆ ਇਹਨਾਂ ਤੋਂ ਬਹੁਤ ਤੰਗ ਹੈ, ਅਕਾਲੀ ਭਾਜਪਾ ਹੋਣੇ ਚਾਹੀਦੇ ਆ। ਅਸੀਂ ਪੁੱਛਦੇ ਸਾਂ ਉਹ ਚੰਗੇ ਹੋਣਗੇ? ਕਹਿੰਦੇ ਨਾ ਵੀ ਚੰਗੇ ਹੋਣਗੇ, ਇਹਨਾਂ ਨੂੰ ਤੇ ਇੱਕ ਵਾਰੀ ਸਬਕ ਸਿਖਾਈਏ। ਸਬਕ ਸਿਖਾਤਾ। ਅਕਾਲੀ ਭਾਜਪਾ ਵਾਲੇ ਆ ਗਏ, 5 ਸਾਲਾਂ ਬਾਅਦ ਚੋਣਾਂ ਆਈਆਂ, ਲੋਕਾਂ ਆਖਿਆ ਕਿ ਕਾਂਗਰਸੀ ਜਿਤਾ ਦੇਣੇ, ਇਹ ਨਹੀਂ ਰਹਿਣ ਦੇਣੇ। ਪੁੱਛਿਆ ਗਿਆ ਉਹ ਹੁਣ ਦੁੱਧ ਧੋਤੇ ਹੋ ਗਏ? ਉਹ ਉਹੋ ਹੀ ਨੇ। ਕਹਿੰਦੇ ਨਾ ਦੁੱਧ ਧੋਤੇ ਹੋਏ ਹੋਣਗੇ, ਸਾਡੇ ਕੋਲ ਆਲਟਰਨੇਟਿਵ ਕੋਈ ਨਹੀਂ, ਸਾਡੇ ਕੋਲ ਬਦਲ ਕੋਈ ਨਹੀਂ, ਘੱਟੋ ਘੱਟ ਇਹਨਾਂ ਨੂੰ ਤਾਂ ਸਬਕ ਸਿਖਾਈਏ। ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਲੈ ਆਂਦੀ।
कैप्टन अमरिंदर सिंह पहला साल जिस तरह का प्रभाव दिता कि मैं भ्रिष्टाचार के बहुत खिलाफ हाँ, लोग आशा कर उठे, पर अगले साल तो ही कहानियां होर निकलण लग पईयां। 5 साल बाद लोगों ने आख्या इनू नहीं रहन देना, होर जिहड़ा मर्जी आ जाए। पुछया उही ने जिन्हां नूं तुसीं रद्द कीता सी, कहंदे कीता सी फिर की है। यानी हुण तक जिन्नी बार वोटां पैंदियां सन लोग ये कहिंदे हुंदे सन इन्हां नूं तां गलों लाओ, जे इन्हां नूं गलों ना लाया गया तो फिर इन्हां नूं सबक किद्दां आवेगा, इन्हां नूं सबक सिखाओ, बाकी जो होवेगा जिहो जिहा आऊगा उहनूं वेख लांगे, उहनूं भुगत लांगे, एक बारी इन्हां नूं गलों ला दिओ। जिहड़ा ये काम हुंदा सी उत्थों तक सी। जदों पिछली वारी आई आ जिहड़ियां चोणां पिछले साल 2022 च होईयां, इन्हां चोणां च पहली वारी लोकां ने आख्या नहीं हुण साडे कोल एक बदल हैगा, असीं एक बदल नूं चुनना। उन्हां ने बदल चुन लिया। इस वारी लोकां ने ये नहीं सी आख्या कि उन्हां दोवां नूं सबक सिखाओ, उन्हां दोवां दी वारी कहंदे सी इहनूं सबक सिखाओ, दूजा आउंदा ते आ जाए। इस वारी उन्हां ने 2022 च ये आख्या सी दोवां नूं पासे कर दिओ, हुण साडे कोल एक बदल हैगा। जिहड़ा बदल पेश किया गया, जिहड़ा बदल लोकां ने बड़ी वड्डी गिणती च सीटां जिता के भेजिया, कि वो बदल पूरी तरह कामयाब हो सकिया। भगवंत मान नूं कहांगा स्टेज ते तकरीरां करनियां होर गल है, 15 अगस्त का झंडा चलाउणा होर गल है, परेड तो सलामी लैनी उत्थे लोकां दा सामना करना होर गल है। पर कदे कल्लियां बैठ के 5 मिनट ये तो सोचो कि जिहड़ा लोकां ने पिछले साल आख्या सी असीं बदल पेश करन लगे हाँ, उन्हां दी आस दे मुताबिक उस तरह का बदल तुसीं पेश कर सके? कि यह सच नहीं कि जिहड़ा बदल पिछले साल लोकां ने पेश किया सी उस बदल दे विच भी कुछ ना कुछ इहो जे लोग आ गए ने, हुण तक कुछ ना कुछ तो लगता कि काफ़ी सारे विच आ गए ने, जां जे उदों माड़े मोटे 2-4 गंदे आंडे सन टोकरी विच उन्हां दी इन्फैक्शन नाल दूसरे वेखो वेखी वाहवा सारे हो गए ने जिहड़े ओह काम करन लग पिया जो पिछलियां सरकारां दे उत्ते दोष लगदा हुंदा सी कि इहदे उत्ते लोकां दी आस नूं उन्हां दे आस दे उत्ते पानी नहीं फिरदा, कि लोकां दे मनां नूं सੱਟ नहीं लगदी। ये जिहड़ी सੱਟ लगदी है ये वेखਣਾ किहदा काम है? लड़न फौजां ते ना सरकारां दे। जे ये MLA जे ये मंत्री ते जे तुहाडे साथी इन्हां दे विचों कोई किसी किस्म दा कुछ करदा ते नतीजा ये निकलदा कि अंत नूं बदनामी किहदी हुंदी है। मैं तुहाडी भी नहीं कहण डिया, मैं कहना सब तो वध जिहड़ी सੱਟ लगदी आ आम लोकां दे मनां नूं लगदी आ। ਉਹ ਇਹ ਕਹਿੰਦੇ ਆ ਇਹ ਵੀ ਕਿ ਇਹਨਾਂ ਨੂੰ ਤੇ ਅਸੀਂ ਸਮਝਿਆ ਸੀ ਕਿ ਬਾਕੀਆਂ ਤੋਂ ਚੰਗੇ ਹੋਣਗੇ, ਤੇ ਜੇ ਇਹਨਾਂ ਵਿੱਚੋਂ ਵੀ ਕੁਝ ਲੋਕਾਂ ਨੇ ਇਸ ਤਰ੍ਹਾਂ ਸ਼ਰਮ ਲਾ ਦਿੱਤੀ ਆ ਜਿਨ੍ਹਾਂ ਨੂੰ ਅਸੀਂ ਬੜੇ ਚੰਗੇ ਸਮਝਦੇ ਸਾਂ, ਜੇ ਉਹਨਾਂ ਦੇ ਬਾਰੇ 'ਚ ਇਹ ਗੱਲਾਂ ਆਉਂਦੀਆਂ ਕਿ ਉਹਨਾਂ ਨੇ ਹਿੱਸਾ ਪੱਤੀ ਲੈਣੀ ਸ਼ੁਰੂ ਕਰ ਦਿੱਤੀ ਆ, ਉਹਨਾਂ ਨੇ ਮਾਈਨਿੰਗ 'ਚੋਂ ਹਿੱਸਾ ਪੱਤੀ ਲੈਣੀ ਸ਼ੁਰੂ ਕਰ ਦਿੱਤੀ ਆ, ਉਹਨਾਂ ਨੇ ਹੋਰ ਕਾਰੋਬਾਰਾਂ 'ਚੋਂ ਹਿੱਸਾ ਪੱਤੀ ਲੈਣੀ ਸ਼ੁਰੂ ਕਰਤੀ ਆ, ਰੇਹੜੀਆਂ ਫੜੀਆਂ ਵਾਲਿਆਂ ਤੋਂ ਜਿਹੜੇ ਹਫ਼ਤਾ ਗਰਾਉਣ ਵਾਲੇ ਗੁੰਡੇ ਆ ਉਹਨਾਂ ਤੋਂ ਵੀ ਕੁਝ ਥਾਵਾਂ ਤੋਂ ਵਿਧਾਇਕਾਂ ਦੀਆਂ ਰਿਪੋਰਟਾਂ ਉਹਨਾਂ ਨੇ ਹਿੱਸਾ ਪੱਤੀ ਲੈਣੀ ਸ਼ੁਰੂ ਕਰ ਦਿੱਤੀ ਹੈ। ਸਭ ਤੋਂ ਮਾੜੀ ਗੱਲ ਕਿ ਕੁਝ ਵਿਧਾਇਕ ਇਹੋ ਜਿਹੇ ਆ ਜਿਨ੍ਹਾਂ ਦਾ ਨਾਂ ਲੱਗਦਾ ਕਿ ਉਹਨਾਂ ਨੇ ਆਪਣੇ ਇਲਾਕੇ 'ਚੋਂ ਨਸ਼ੇ ਪੱਤੇ ਦਾ ਕਾਰੋਬਾਰ ਕਰਨ ਵਾਲਿਆਂ ਤੋਂ ਵੀ ਹਿੱਸਾ ਪੱਤੀ ਲੈਣੀ ਸ਼ੁਰੂ ਕਰ ਦਿੱਤੀ ਹੈ। ਜੇ ਇਹ ਹਾਲਤਾਂ ਹੋਣ ਤਾਂ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਆਖਾਂਗਾ ਇਸ ਵੇਲੇ ਆਜ਼ਾਦੀ ਦਿਨ ਦੇ ਉੱਤੇ 10 ਮਿੰਟ ਕੱਢ ਕੇ ਤੁਸੀਂ ਥੋੜ੍ਹਾ ਜਿਹਾ ਇਕੱਲੇ ਬਹਿ ਕੇ ਸੋਚਿਓ ਕਿ ਇਹਦੇ ਨਾਲ ਜਿਹੜੀ ਲੋਕਾਂ ਦੇ ਮਨ ਨੂੰ ਸੱਟ ਲੱਗ ਰਹੀ ਆ ਇਹ ਕਿਤੇ ਤੁਹਾਡੀ ਪਾਰਟੀ ਦਾ ਤੁਹਾਡੇ ਉਸ ਮਿਸ਼ਨ ਦਾ ਅਕਸ ਖਰਾਬ ਕਰਦੀ ਪਈ ਹੈ। ਅਜੇ ਤੱਕ ਲੋਕਾਂ 'ਚੋਂ ਕਦੇ ਕਿਸੇ ਦੇ ਮੂੰਹੋਂ ਮੈਂ ਇਹ ਨਹੀਂ ਸੁਣਿਆ ਕਿ ਭਗਵੰਤ ਮਾਨ ਖਾ ਗਿਆ, ਪਰ ਜੇ ਇਹੋ ਹਾਲਾਤ ਰਹੇ ਤਾਂ ਫਿਰ ਲੋਕੀ ਗੱਲਾਂ ਕਰਨਗੇ। ਤੁਸੀਂ ਇਸ ਗੱਲ ਬਾਰੇ ਥੋੜ੍ਹਾ ਜਿਹਾ ਸੁਚੇਤ ਹੋਵੋ। ਤੀਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਕਿ ਇਹਨਾਂ ਹਾਲਾਤ ਦੇ ਵਿੱਚ ਪੰਜਾਬ ਦੇ ਲੋਕਾਂ, ਭਾਰਤ ਦੇ ਲੋਕਾਂ, ਉਹਨਾਂ ਸਾਰਿਆਂ ਦੇ ਸਾਹਮਣੇ ਵੀ ਕੁਝ ਫਰਜ਼ ਨੇ। ਅਸੀਂ ਸਾਰਾ ਕੁਝ ਮਾੜਾ ਮਾੜਾ ਵੇਖਦੇ ਹਾਂ, ਸਾਨੂੰ ਕਦੇ ਨਾ ਕਦੇ ਕੁਝ ਨਾ ਕੁਝ ਚੰਗਾ ਵੀ ਵੇਖਣ ਦਾ ਯਤਨ ਕਰਨਾ ਚਾਹੀਦਾ। ਅਸੀਂ ਬਿਲਕੁਲ ਉਸੇ ਮਾਨਸਿਕਤਾ 'ਤੇ ਨਾ ਆ ਜਾਈਏ ਕਿ ਜੇ ਨੋ ਨਿਊਜ਼ ਇਜ਼ ਗੁੱਡ ਨਿਊਜ਼ ਹੈ ਤਾਂ ਫਿਰ ਗੁੱਡ ਨਿਊਜ਼ ਵੀ ਨੋ ਨਿਊਜ਼ ਹੀ ਬਣ ਕੇ ਰਹਿ ਜਾਵੇ। ਜਿਹੜਾ ਕੁਝ ਕਦੇ ਕਦੇ ਚੰਗਾ ਵਾਪਰਦਾ ਉਹਨੂੰ ਵੀ ਵੇਖਿਆ ਕਰੀਏ। ਉਹ ਕੇਂਦਰ ਦੀ ਸਰਕਾਰ ਹੋਵੇ, ਉਹ ਸਾਡੇ ਸਾਇੰਸਦਾਨਾਂ ਨੇ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਵੇਲੇ ਮੰਗਲਯਾਨ ਭੇਜਿਆ ਹੋਵੇ, ਜਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਵਾਸਤੇ ਚੰਦਰਯਾਨ ਭੇਜਿਆ ਹੋਵੇ, ਚੰਗਾ ਕੀਤਾ, ਅਸੀਂ ਇਹਦੀ ਸ਼ਾਬਾਸ਼ ਦਿੰਦੇ ਹਾਂ। ਉਹ ਜਿਹੜਾ ਕੰਮ ਕੀਤਾ ਸਾਇੰਸਦਾਨਾਂ ਨੇ ਉਹਦੇ ਉੱਤੇ ਸਰਕਾਰ ਦੀ ਭੂਮਿਕਾ ਸਿਰਫ ਇੰਨੀ ਹੈ ਕਿ ਇਹਨਾਂ ਫੰਡ ਦੇ ਦਿੱਤੇ ਹੋਣਗੇ, ਇਹਨਾਂ ਨੇ ਹਾਮੀ ਭਰ ਦਿੱਤੀ ਹੋਵੇਗੀ। ਕੰਮ ਉਹਨਾਂ ਜਿਹੜੇ ਸਾਇੰਸਦਾਨਾਂ ਨੇ ਕੀਤਾ ਉਹਨਾਂ ਦੀ ਸ਼ਲਾਘਾ ਵਾਸਤੇ ਸਾਨੂੰ ਸਾਰਿਆਂ ਨੂੰ ਕੁਛ ਨਾ ਕੁਛ ਕਰਨਾ ਚਾਹੀਦਾ। ਪੰਜਾਬ ਵਿੱਚ ਵੀ ਇਹ ਨਹੀਂ ਕਿ ਸਾਰਾ ਕੁਝ ਗਲਤ ਹੋ ਰਿਹਾ। ਜੇ ਕਿਸੇ ਥਾਂ 'ਤੇ ਕੁਝ ਚੰਗਾ ਹੁੰਦਾ, ਵਿਰੋਧੀ ਪਾਰਟੀਆਂ ਨੇ ਤਾਂ ਆਖਣਾ ਕਿ ਕੁਛ ਨਹੀਂ ਹੋਇਆ, ਕਿਉਂਕਿ ਉਹਨਾਂ ਦੇ ਆਪਣੇ ਰਾਜ ਵੇਲੇ ਜੋ ਕੁਛ ਸੀ। ਜਿੱਥੇ ਤੁਹਾਨੂੰ ਚੰਗਾ ਲੱਗੇ ਉਹ ਚੰਗਾ ਜ਼ਰੂਰ ਆਖਿਓ, ਜਿੱਥੇ ਮਾੜਾ ਲੱਗੇ ਉਸ ਮਾੜੇ ਬਾਰੇ ਵੀ ਆਵਾਜ਼ ਉਠਾਇਓ। ਤੁਹਾਨੂੰ ਦੋਵਾਂ ਪਾਸਿਆਂ ਨੂੰ ਵੇਖਣਾ ਪਏਗਾ, ਉਹ ਦੋਵੇਂ ਪਾਸੇ ਵੇਖਦੇ ਰਹੋ।
पर इस गल का ख्याल रखियो कि हालात जो भी होण, बड़े महंगे मुल आज़ादी मिली सी, जिहड़ी आज़ादी महंगे मुल मिली सी, उन्हां लोकां नूं पुछो जिहड़े साडे नाल आज़ाद होए सी गुआंढ पाकिस्तान दे, उन्हां दी हालत वेख लो कि उत्थे बनया की पिया। साडे तो एक दिन पहलां आज़ादी दिन मना लैंदे ने, पर उन्हां दे एक बहुत वड्डे कलाकार नूं पुछया गया कमेटी प्रोग्राम दे विच कि 1971 विच की होया सी। कहंदा जी पाकिस्तान दे दो टोटे होए सी, एक बंगलादेश बन गया सी, एक कंगलादेश बन गया सी। मैनूं सुन के हैरानी हुई कि वह पाकिस्तान विच बैठा अपने देश बारे एड्डी वड्डी गल कह गया। असी शायद अपने देश विच बैठे एड्डी वड्डी गल ना कह सकी। अज भारत द करंसी जिहड़ी आ उहदा रेट डिगदा डॉलर के मुकाबले 80 रुपये तो उपर चला जाता तो असी बौड़ी बौड़ी करते हैं। बंगलादेश का हाल साडे तो माड़ा है, पर तुसी पाकिस्तान वाल वेखो जिहड़ी 250 तो उपर पहुंचा पिया, $1 के इन्ने पैसे मिलते हैं, पाकिस्तान की करंसी इन्नी डिग्गी पई है। तुरिया तो साडे नाल ही सी। हुण जिहड़े मर्जी हालात होण, असी उहदे वल वेख के अपणियां कमजोरियां नहीं ढक सकदे। असी अपने देश नूं बचाउण वास्ते इस लीडरशिप की करप्शन की दाग, इन्हां दी फिरकाप्रस्ती की जिहड़ी लाग, इन्हां सारियां तो बचाउण वास्ते लोकां नूं जागदे रहना पऊ। जागदे जे तुसी नहीं, जे पहरेदार सौ जाण, जे घरां दे मालिक सौ जाण, तो फिर हर किस्म का चोर चकार लगण का डर रहिंदा। तुसी चोरी चकारी तो अपना देश बचाउणा ते तुहानूं इहदे वास्ते आप जागदे रहना पवेगा। बहुत कुछ इहो जिहा हो चुका जिहड़ा होना नहीं सी चाहीदा। इत्थे भाई भतीजावाद भी आ, इत्थे हर होर तुसी छड्डो, धर्म स्थानां दे विच करप्शन है। मैं किसी एक धर्म स्थान की गल नहीं करदा, सारियां च। मैं अज ही पढ़दा पिया सी, एक सूबे की सरकार ने ये स्कीम चलाती कि लोगों नूं धर्म स्थानां की यात्रा सारे देश की कराउणी है ते हवाई जहाज़ ते कराउणी है। जदों जहाज़ जाने शुरू होए तो पहले महीने रिपोर्ट आ गई है कि उहदे विच सारे राज करदी पार्टी दे जिला प्रधानां दे रिश्तेदार आ, जिहड़े उस सूबे च नहीं रहिंदे, दूसरे सूबਿਆਂ 'ਚ आ, उन्हां नूं भी मंगवा के आख्या आओ हवाई जहाज़ां ते यात्रा कराउणी है। जे तीर्थ यात्रा दे विच भी ये कुछ करना, उही गल जिहड़ी सुरिंदर शर्मा हरियाणे का लेखक कहंदा हुंदा सी, क्या करें अब हम, करप्शन भी करप्ट हो गई। किसी ने पूछा करप्शन किद्दां करप्ट हो गई, कहंदा कीड़े मारन की दवाई लिआंदी सी, उहदे विच भी कीड़े पै गए। जे ये हालत है तो इहदे च इक्को ही तरीका, इस 15 अगस्त का सुनेहा कि देश भगतां ने कुर्बानियां कीतियां, तुहानूं आज़ादी मिली। इस आज़ादी नूं बचाउण वास्ते जो तुसीं कर सकदे हैं, मत वेखो उपरले की करदे आ, ये वेखो असीं की करदे आ, ये वेखो साडी ज़मीर की कहंदी है, ये वेखो कि साडा अपना फर्ज की है। जो अपना फर्ज है, मोर्चे ते खलोता सिपाही ये नहीं सोचदा, प्रधानमंत्री ते मुख मंत्री की सोचते हैं। वो ये सोचता कि मेरा फर्ज की है, उहदे वास्ते कुछ भी करन नूं तैयार रहिंदा। इस देश की आज़ादी, इस देश की हर गल की राखी की जिम्मेवार तुसीं हो। तुसीं भारत दे वो लोग, संविधान पहली लाइन च लिखिया हम भारत के लोग। आओ एक बार फिर सोचिए कि हम भारत के लोग, असीं की करना सानूं चाहीदा ते की करदे पए आ। इन्नियां क गल्लां नाल तुहाडा सारिਆਂ ਦਾ ਧੰਨਵਾਦ करदा। देखते रहो TV प्राइम एशिया, तुहाडा अपना तुहाडे लई।